ਸਤਿ ਸ਼੍ਰੀ ਅਕਾਲ ਜੀ। ਆਪ ਸਭ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਗੌਰਮੈਂਟ ITA ਰਾਜਪੁਰਾ ਦੀ ਆਨਲਾਈਨ ਲਰਨਿੰਗ ਵਿੱਚ। ਅੱਜ ਦਾ ਸਾਡਾ ਟੌਪਿਕ ਹੈ ਚਾਰਜਿੰਗ ਸਿਸਟਮ, ਜਿਹਦੇ 'ਚ ਅਸੀਂ ਇੱਕ ਬੇਸਿਕ ਸਰਕਟ ਹੈ ਚਾਰਜਿੰਗ ਸਿਸਟਮ ਦਾ, ਉਹਦੇ ਬਾਰੇ ਗੱਲ ਕਰਾਂਗੇ ਅਤੇ ਅਲਟਰਨੇਟਰ ਕਿਵੇਂ ਕੰਮ ਕਰਦਾ ਹੈ ਉਹਦੇ ਬਾਰੇ ਗੱਲ ਕਰਾਂਗੇ। ਅਤੇ ਜੇ ਅਸੀਂ ਸਰਕਟ ਨੂੰ ਦੇਖੀਏ, ਇਹਦੇ 'ਚ ਮੇਨ ਕੰਪੋਨੈਂਟਸ ਬੈਟਰੀ, ਇਗਨੀਸ਼ਨ ਸਵਿਚ, ਵੋਲਟੇਜ ਰੈਗੂਲੇਟਰ, ਰੋਟਰ, ਸਟੇਟਰ ਅਤੇ ਰੈਕਟੀਫਾਇਰ ਪਲੇਟ ਨੇ। ਅਤੇ ਅਸੀਂ ਹੁਣ ਗੱਲ ਕਰਦੇ ਹਾਂ ਅਲਟਰਨੇਟਰ ਦੀ। ਪਹਿਲਾਂ ਅਲਟਰਨੇਟਰ ਕਿਵੇਂ ਕਰੰਟ ਪੈਦਾ ਕਰਦਾ, ਪਹਿਲੇ ਉਹਦੀ ਗੱਲ ਕਰਾਂਗੇ। ਅਤੇ ਇਹਦੇ 'ਚ ਜਿਹੜਾ ਸਰਕਟ ਹੈ, ਜਦ ਬੈਟਰੀ 'ਚੋਂ ਕਰੰਟ ਕਾਰਬਨ ਬੁਰਸ਼ ਦੇ ਰਾਹੀਂ ਸਲਿਪ ਰਿੰਗਸ ਨੂੰ ਆਉਂਦਾ ਹੈ ਅਤੇ ਇਹਦੀਆਂ ਰੋਟਰ ਦੀ ਵਾਈਂਡਿੰਗਸ ਨੂੰ ਪਹੁੰਚਦਾ ਹੈ। ਰੋਟਰ ਇੱਕ ਟੈਂਪਰੇਰੀ ਟਾਈਪ ਦਾ ਇੱਕ ਮੈਗਨੇਟ ਹੈ, ਜਿਹੜਾ ਕਿ ਇਲੈਕਟ੍ਰੋਮੈਗਨੇਟ ਕਹਿੰਦੇ, ਕਿਉਂਕਿ ਜਦ ਇਹਦੇ 'ਚੋਂ ਕਰੰਟ ਪਾਸ ਹੁੰਦਾ ਹੈ ਤਦ ਇਲੈਕਟ੍ਰੋਮੈਗਨੇਟ ਬਣ ਜਾਂਦਾ ਹੈ। ਰੂਟਰ ਸਟੇਟਰ ਦੇ ਅੰਦਰ ਬਿਲਕੁਲ ਸੈਂਟਰ 'ਚ ਹੁੰਦਾ ਹੈ। ਜਿਸ ਵੇਲੇ ਇਹ ਰੂਟਰ ਇਲੈਕਟ੍ਰੋਮੈਗਨੇਟ ਬਣਦਾ ਹੈ ਅਤੇ ਘੁੰਮਦਾ ਹੈ, ਉਸ ਵੇਲੇ ਸਟੇਟਰ ਦੀ ਵਾਈਂਡਿੰਗ ਵਿੱਚ ਇੱਕ EMF ਪੈਦਾ ਹੁੰਦੀ ਹੈ, ਜਿਹੜੀ ਕਿ AC ਆਊਟਪੁੱਟ ਦਿੰਦੀ ਹੈ। ਹੁਣ ਅਸੀਂ ਦੁਬਾਰਾ ਤੋਂ ਸਰਕਟ 'ਤੇ ਆਉਂਦੇ ਹਾਂ ਕਿ ਇਹ ਕਿਵੇਂ ਕੰਮ ਕਰਦੀ ਹੈ। ਬੈਟਰੀ ਜਿਹੜੀ ਹੈ ਇਹਦੇ 'ਚ ਅਰਥ ਕੀਤੀ ਹੁੰਦੀ ਹੈ ਜੀ। ਬੈਟਰੀ ਤੋਂ ਪੋਜ਼ੀਟਿਵ ਤਾਰ ਇਗਨੀਸ਼ਨ ਸਵਿਚ ਦੇ ਥਰੂ ਅਲਟਰਨੇਟਰ ਦੇ ਵੋਲਟੇਜ ਰੈਗੂਲੇਟਰ ਨੂੰ ਜਾਂਦੀ ਹੈ। ਹੁਣ ਵੋਲਟੇਜ ਰੈਗੂਲੇਟਰ ਦਾ ਇਹਦੇ 'ਚ ਬੇਸਿਕ ਕੰਮ ਹੈ, ਉਹ ਵੋਲਟੇਜ ਨੂੰ ਰੈਗੂਲੇਟ ਕਰਦਾ ਹੈ ਕਿ ਸਾਨੂੰ ਕਿੰਨਾ ਕਰੰਟ ਚਾਹੀਦਾ ਹੈ, ਵੱਧ ਚਾਹੀਦਾ ਹੈ ਕਿ ਘੱਟ ਚਾਹੀਦਾ ਹੈ। ਵੋਲਟੇਜ ਇਹਦੇ 'ਚ ਜਿਹੜੀ ਆਊਟਪੁੱਟ ਹੈ ਉਹ 14.2 ਤੋਂ ਲੈ ਕੇ 14.6 ਵੋਲਟ ਤਾਈਂ ਕੰਟਰੋਲ ਕੀਤੀ ਜਾਂਦੀ ਹੈ, ਜੋ ਕਿ ਸਿਰਫ ਔਰ ਸਿਰਫ ਵੋਲਟੇਜ ਰੈਗੂਲੇਟਰ ਹੀ ਕੰਟਰੋਲ ਕਰਦਾ ਹੈ। ਹੁਣ ਵੋਲਟੇਜ ਰੈਗੂਲੇਟਰ ਦੇ ਰਾਹੀਂ ਜਿਹੜੀ DC ਵੋਲਟੇਜ ਹੈ, ਸਾਡੀ 12 ਵੋਲਟ ਦੀ ਵੋਲਟੇਜ ਹੈ, ਉਹ ਜਾਏਗੀ ਰੂਟਰ ਕੋਇਲ ਨੂੰ। ਜਦ ਰੂਟਰ ਕੋਇਲ 'ਚੋਂ ਕਰੰਟ ਪਾਸ ਕਰਦਾ ਹੈ ਅਤੇ ਰੂਟਰ ਘੁੰਮਦਾ ਹੈ, ਉਸ ਵੇਲੇ ਉਹ ਸਟੇਟਰ ਦੀ ਕੋਇਲਸ EMF ਪ੍ਰੋਡਿਊਸ ਕਰਦਾ ਹੈ, ਕਿਉਂਕਿ ਰੂਟਰ ਜਿਸ ਵੇਲੇ ਉਹਦੇ 'ਚੋਂ ਕਰੰਟ ਪਾਸ ਹੁੰਦਾ ਉਹ ਇੱਕ ਇਲੈਕਟ੍ਰੋਮੈਗਨੇਟ ਬਣ ਜਾਂਦਾ ਹੈ, ਜੋ ਕਿ ਇੱਕ ਤਰ੍ਹਾਂ ਦਾ ਟੈਂਪਰੇਰੀ ਮੈਗਨੇਟ ਹੈ। ਅਤੇ ਜਦ ਉਹ ਮੈਗਨੇਟ ਘੁੰਮਦਾ ਹੈ, ਇਲੈਕਟ੍ਰੋਮੈਗਨੇਟ ਸਟੇਟਰ ਕੋਇਲਸ ਦੇ ਵਿੱਚ, ਜਿਹੜੀਆਂ ਕਿ 120 ਡਿਗਰੀ 'ਤੇ ਫਿੱਟ ਕੀਤੀਆਂ ਹੁੰਦੀਆਂ। ਇਹਦੇ ਇੱਕ ਚੀਜ਼ ਮੈਂ ਦੱਸਣਾ ਹੋਰ ਚਾਹਾਂਗਾ ਕਿ ਸਟੇਟਰ ਵਿੱਚ 3 ਕੋਇਲਸ ਹੁੰਦੀਆਂ, ਜਿਹੜੀਆਂ ਕਿ 120 ਡਿਗਰੀ ਦੇ ਗੈਪ 'ਤੇ ਆਪਸ ਵਿੱਚ ਫਿੱਟ ਕੀਤੀਆਂ ਹੁੰਦੀਆਂ, ਅਤੇ ਇਹਦੀਆਂ ਆਊਟਪੁੱਟ ਦੀ ਜਿਹੜੀਆਂ ਤਿੰਨੋਂ ਕੋਇਲਸ ਦੀਆਂ 3 ਆਊਟਪੁੱਟ ਕੇਬਲਸ ਨੇ, ਤਿੰਨੋਂ ਆਪਸ ਵਿੱਚ ਜੁਆਇੰਟ ਹੁੰਦੀਆਂ ਨੇ। ਅਤੇ ਜਦ ਰੂਟਰ ਇਲੈਕਟ੍ਰੋਮੈਗਨੇਟ ਬਣ ਕੇ ਇਸ ਸਟੇਟਰ ਦੇ ਅੰਦਰ ਘੁੰਮਦਾ ਹੈ ਅਤੇ ਇੱਕ EMF ਪ੍ਰੋਡਿਊਸ ਹੁੰਦਾ ਹੈ, ਜਿਹੜਾ ਕਿ AC ਆਊਟਪੁੱਟ ਦੇ ਰੂਪ ਵਿੱਚ ਸਟੇਟਰ 'ਚੋਂ ਬਾਹਰ ਜਾਂਦਾ ਹੈ। ਅਤੇ ਉਸ ਤੋਂ ਅੱਗੇ ਰੈਕਟੀਫਾਇਰ ਡਿਓਡ ਲਗਾਏ ਹੋਏ ਅਸੀਂ, ਜਿਵੇਂ ਕਿ ਮੈਂ ਅਗਲੇ ਡਾਇਗਰਾਮ 'ਚ ਤੁਹਾਨੂੰ ਸ਼ੋਅ ਕਰ ਰਿਹਾ ਕਿ ਬੈਟਰੀ ਤੋਂ ਕਰੰਟ ਇਗਨੀਸ਼ਨ ਸਵਿਚ ਨੂੰ ਗਿਆ, ਇਗਨੀਸ਼ਨ ਸਵਿਚ ਤੋਂ ਵੋਲਟੇਜ ਰੈਗੂਲੇਟਰ ਦੇ ਥਰੂ ਕੰਟਰੋਲ ਹੁੰਦਾ ਹੋਇਆ ਇਹ ਰੋਟਰ ਨੂੰ ਜਾਏਗਾ। ਰੋਟਰ ਦਾ ਸਾਡਾ ਕਰੰਟ ਅੱਗੇ ਸਟੇਟਰ ਕੋਇਲਸ ਤੋਂ EMF ਪ੍ਰੋਡਿਊਸ ਹੋਊਗੀ। ਇਹ EMF ਸਟੇਟਰ ਕੋਇਲ ਤੋਂ ਪ੍ਰੋਡਿਊਸ ਹੋ ਕੇ ਰੈਕਟੀਫਾਇਰ ਪਲੇਟ ਨੂੰ ਜਾਏਗੀ ਫॉर DC ਪਰਪਸ, ਕਿਉਂਕਿ AC ਤੋਂ ਸਾਨੂੰ ਬੈਟਰੀ ਚਾਰਜ ਕਰਨ ਲਈ DC ਕਰੰਟ ਵੋਲਟੇਜ ਚਾਹੀਦੀ ਹੈ, ਜਿਹੜੀ ਕਿ ਸਾਨੂੰ ਰੈਕਟੀਫਾਇਰ ਪਲੇਟ ਦੇਊਗੀ, ਜਿਹੜੀ ਕਿ ਰੈਕਟੀਫਾਇਰ ਡਾਇਓਡ ਦੇ ਥਰੂ ਕਰੰਟ ਨੂੰ DC 'ਚ ਕਨਵਰਟ ਕਰੇਗੀ। ਜਿਹੜੇ ਡਾਇਓਡ ਹੁੰਦੇ ਆ ਇਹ 1 ਵੇ ਵਾਲਵ ਦੀ ਤਰ੍ਹਾਂ ਕੰਮ ਕਰਦੇ ਹਨ। ਇਹਨਾਂ 'ਚੋਂ DC ਕਰੰਟ ਪਾਸ ਹੋ ਕੇ ਬੈਟਰੀ ਨੂੰ ਜਾਏਗਾ। ਹੁਣ ਇਹਦੇ 'ਚ ਇੱਕ ਮੇਨ ਦੁਬਾਰਾ ਤੋਂ ਗੱਲ ਕਹਿਣ ਵਾਲੀ ਹੈ ਕਿ ਹੁਣ ਇਹੀ ਸਰਕਟ ਵਾਪਿਸ ਤੋਂ ਰੈਗੂਲੇਟਰ ਨੂੰ ਜੁੜ ਰਿਹਾ ਹੈ। ਜਿਸ ਵੇਲੇ ਵੀ ਹੁਣ ਰੈਗੂਲੇਟਰ ਨੇ ਦੇਖਣਾ ਹੈ ਕਿ ਅਸੀਂ ਅਲਟਰਨੇਟਰ ਨੇ ਚਾਰਜਿੰਗ ਕਿੰਨੀ ਕਰਨੀ ਹੈ, ਉਹਦੀ ਜਰਨਲ ਜਿਹੜੀ ਚਾਰਜਿੰਗ ਹੁੰਦੀ ਹੈ ਉਹ 14.2 ਔਰ 14.6 ਦੇ ਵਿੱਚ ਹੁੰਦੀ। ਅਸੀਂ ਪਹਿਲੇ ਵੀ ਇਹ ਗੱਲ ਕੀਤੀ ਹੈ। ਜਿਸ ਵੇਲੇ 14.6 ਤੋਂ ਜ਼ਿਆਦਾ ਵੋਲਟੇਜ ਹੋਏਗੀ, ਉਸ ਵੇਲੇ ਵੋਲਟੇਜ ਰੈਗੂਲੇਟਰ ਨੂੰ ਸਰਕਟ ਜੁੜਿਆ ਹੋਇਆ ਉਹਦੇ ਤੋਂ ਉਹਨੂੰ ਇਸ਼ਾਰਾ ਮਿਲੇਗਾ ਕਿ ਇਸ ਵੇਲੇ ਵੋਲਟੇਜ ਜ਼ਿਆਦਾ ਹੋ ਗਈ ਹੈ। ਉਸ ਕੇਸ ਵਿੱਚ ਕੀ ਕਰੇਗਾ, ਵੋਲਟੇਜ ਰੈਗੂਲੇਟਰ ਜਿਹੜੀ ਆਪਣੀ ਰੂਟਰ ਨੂੰ ਜਿਹੜੀ ਉਹ ਸਪਲਾਈ ਦੇ ਰਿਹਾ ਹੈ ਉਹਨੂੰ ਘੱਟ ਕਰ ਦੇਗਾ। ਜਦ ਵੋਲਟੇਜ ਰੈਗੂਲੇਟਰ ਸਪਲਾਈ ਘੱਟ ਕਰ ਦੇਗਾ ਰੂਟਰ ਦੀ, ਉਸ ਵੇਲੇ ਉਹ ਉਨਾ ਹੀ ਇਲੈਕਟ੍ਰੋਮੈਗਨੇਟ ਘੱਟ ਬਣੇਗਾ,
जिन्ना वो इलैक्ट्रोमैगनेट घट बनेगा उन्नी वो फिर पावर जी EMF है घट प्रोड्यूस करेगा, जिदे नाल कि आउटपुट जी है अल्टरनेटर की घट जाएगी। जिस वेले अल्टरनेटर 14.2 तो घट वोल्टेज दे रहा है, उस वेले वोल्टेज रेगूलेटर में जब पता चलेगा तो वो वोल्टेज की जी सप्लाई है रूटर को बता देगा। असी एक पासों यह कह सकते हैं कि वो इनडायरैक्ट प्रोपोर्शनल है। जे सप्लाई ਵਧੇਗੀ आउटपुट की तो वोल्टेज रेगूलेटर सप्लाई घटा देगा जी रूटर में जानी है। जे सप्लाई घट आ रही है तो वोल्टेज रेगूलेटर रूटर की सप्लाई बढ़ा देगा। वोल्टेज रेगूलेटर का इन्ना ही काम है। तो इस टोटल सर्किट के नाल साडा जिहड़ा हैगा डायोड प्लेट की हैल्प नाल जिहड़ा AC प्रोड्यूस होया सी स्टेटर कोयल वो DC च कन्वर्ट हो जाएगा तो साडा जिहड़ा चार्जिंग सिस्टम है वो पूरा हो जाएगा। तो इस दे नाल ही अज का असी चैप्टर खत्म करते हैं तो अगले चैप्टर च मिलते हैं पार्ट 3 जिहदे च कि असी अल्टरनेटर की बिफोर रिपेयरिंग की चैक करना है तो अल्टरनेटर नूं किवें चैक करना है उहदे बारे गल करांगे। धन्यवाद।